ਹੈਲੋ, ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਦੇ ਸਾਡੇ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਮੋਡਿਊਲ ਨੰਬਰ 7 ਨੂੰ ਕਵਰ ਕਰ ਰਹੇ ਹਾਂ ਜੋ ਕੰਪਿਊਟਰ ਗ੍ਰਾਫਿਕਸ ਬਾਰੇ ਹੈ। ਕੰਪਿਊਟਰ ਗ੍ਰਾਫਿਕਸ ਵਿੱਚ ਅਸੀਂ ਮੁੱਖ ਤੌਰ ਤੇ ਕੰਪਿਊਟਰ ਗ੍ਰਾਫਿਕਸ ਦੀ ਸੰਖੇਪ ਜਾਣਕਾਰੀ ਨੂੰ ਕਵਰ ਕਰਦੇ ਹਾਂ ਕਿ ਉਹ ਕਿਵੇਂ ਬਣੇ ਹਨ ਅਤੇ ਆਮ ਤੌਰ ਤੇ ਵਰਤੇ ਜਾਣ ਵਾਲੇ ਸੌਫਟਵੇਅਰ ਕੀ ਹਨ। ਥੋੜਾ ਜਿਹਾ ਆਟੋਕੈਡ ਬਾਰੇ ਅਤੇ ਸੋਲਿਡ ਵਰਕਸ ਬਾਰੇ ਵਿਸਥਾਰ ਵਿੱਚ। ਇਹ ਉਹ ਮਾਡਿਊਲ ਹਨ ਜੋ ਅਸੀਂ ਕੰਪਿਊਟਰ ਗ੍ਰਾਫਿਕਸ ਵਿੱਚ ਕਵਰ ਕਰਾਂਗੇ। ਸੰਖੇਪ ਜਾਣਕਾਰੀ ਦੇ ਰੂਪ ਵਿੱਚ, ਇਸ ਲਈ ਹੁਣ ਤੱਕ ਅਸੀਂ ਸਿੱਖਿਆ ਹੈ ਕਿ ਸ਼ੀਟਾਂ ਤੇ ਟੈਕਨੀਕੀ ਡਰਾਇੰਗ ਕਿਵੇਂ ਡਰਾ ਕਰਨੀ ਹੈ। ਡਾਇਮੈਂਸ਼ਨ, ਕੰਪਸ, ਡਿਵਾਈਡਰ, ਸਕੇਲ, ਪ੍ਰੋਟਰੈਕਟਰ ਅਤੇ ਹੋਰ ਆਬਜੈਕਟ ਦੀ ਵਰਤੋਂ ਕਰਦੇ ਹੋਏ ਅਸੀਂ ਆਈਸੋਮੈਟ੍ਰਿਕ ਦ੍ਰਿਸ਼ਾਂ ਵਿੱਚ 2 ਡਾਇਮੈਂਸ਼ਨਲ ਅਤੇ ਸ਼ਾਇਦ 3 ਡਾਇਮੈਂਸ਼ਨਲ ਆਬਜੈਕਟ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਅੱਗੇ ਤੋਂ ਅਸੀਂ ਕੰਪਿਊਟਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੀਆਂ 3 ਡਾਇਮੈਂਸ਼ਨ ਆਬਜੈਕਟ ਨੂੰ ਕਿਵੇਂ ਕੰਸਟਰਕਟ ਕੀਤਾ ਜਾਵੇ, ਜਾਂ ਸ਼ਾਇਦ 3 ਡਾਇਮੈਂਸ਼ਨਲ ਆਬਜੈਕਟ ਦੇ ਕੱਟ ਸੈਕਸ਼ਨਲ ਵਿਊ। ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇਸ ਕੰਪਿਊਟਰ ਗ੍ਰਾਫਿਕਸ ਤੇ ਕੁਝ ਸੰਖੇਪ ਜਾਣਕਾਰੀ ਨੂੰ ਦੇਖਾਂਗੇ। ਇਸ ਲਈ ਆਧੁਨਿਕ ਇੰਜੀਨੀਅਰਿੰਗ ਡਿਜ਼ਾਈਨਾਂ ਵਿੱਚ ਹਮੇਸ਼ਾ 3 ਡਾਇਮੈਂਸ਼ਨਲ ਆਬਜੈਕਟ ਅਤੇ 3D ਸੋਲਿਡ ਮਾਡਲਿੰਗ ਸ਼ਾਮਲ ਹੁੰਦੀ ਹੈ। ਉਦਾਹਰਨ ਲਈ ਇੱਥੇ ਇਹ ਵਿਊ ਹਨ, ਪਰ ਆਮ ਤੌਰ ਤੇ ਅਸੀਂ ਇਸ ਨੂੰ ਆਪਣੀ ਡਰਾਇੰਗ ਸ਼ੀਟ ਤੇ ਕੰਸਟਰਕਟ ਕਰਦੇ ਹਾਂ। ਸ਼ਾਇਦ ਰਾਈਟ ਹੈਂਡ ਸਾਈਡ ਵਿਊ, ਲੈਫਟ ਹੈਂਡ ਸਾਈਡ ਵਿਊ, ਟੌਪ ਵਿਊ, ਫਰੰਟ ਵਿਊ ਜੋ ਅਸੀਂ ਕੰਸਟਰਕਟ ਕਰਦੇ ਹਾਂ। ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਕੋਈ ਆਬਜੈਕਟ ਕਿਵੇਂ ਦਿਖਾਈ ਦਿੰਦੀ ਹੈ ਅਤੇ ਇਸ ਨੂੰ ਆਈਸੋਮੈਟ੍ਰਿਕ ਵਿਊ ਦਰਸਾਉਣ ਦੀ ਕੋਸ਼ਿਸ਼ ਕਰੋ। ਇਹਨਾਂ ਕੰਪਿਊਟੇਸ਼ਨਲ ਗ੍ਰਾਫਿਕਸ ਦਾ ਫਾਇਦਾ ਇਹ ਹੈ ਕਿ ਇਹ ਚੰਗੇ ਲੱਗਦੇ ਹਨ, ਅਤੇ ਇਸ ਤੋਂ ਇਲਾਵਾ ਪ੍ਰੀਸਾਈਜ਼ ਡਾਇਮੈਂਸ਼ਨ ਵਾਲੇ ਜੋ ਅਸੀਂ ਹਮੇਸ਼ਾ ਵਰਤ ਸਕਦੇ ਹਾਂ। ਜਦੋਂ ਵੀ ਤੁਸੀਂ ਸਕੈਚ ਦੀ ਡਰਾਇੰਗ ਕਰਦੇ ਹੋ ਤਾਂ ਹਮੇਸ਼ਾ ਘੱਟ ਤੋਂ ਘੱਟ ਗਿਣਤੀ ਹੁੰਦੀ ਹੈ, ਜਦਕਿ ਕੰਪਿਊਟਰ ਗ੍ਰਾਫਿਕਸ ਵਿੱਚ ਤੁਹਾਡੇ ਕੋਲ ਸਹੀ ਇਨਫੋਰਮੇਸ਼ਨ ਹੋਵੇਗੀ। ਭਾਵੇਂ ਸ਼ੇਡਿਡ ਪੋਰਸ਼ਨ ਜਿਵੇਂ ਚਮਕਦਾਰ ਹਲਕੇ ਰੰਗ, ਗੂੜ੍ਹੇ ਰੰਗ, ਇਸ ਤਰ੍ਹਾਂ ਦੀਆਂ ਚੀਜ਼ਾਂ ਅੱਖਾਂ ਨੂੰ ਵਧੀਆ ਅਪੀਲ ਦਿੰਦੀਆਂ ਹਨ, ਪਰ ਅਸਲ ਪਾਵਰ ਆਬਜੈਕਟ ਦੇ ਸਟੀਕ ਅਤੇ ਸਪਸ਼ਟ ਵਰਣਨ ਬਾਰੇ ਹੈ। ਅਤੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਕੰਪਿਊਟਰ ਵਿੱਚ ਸਟੋਰ ਕਰ ਸਕਦੇ ਹਾਂ। ਸਾਲਾਂ ਬਾਅਦ ਵੀ ਜੇਕਰ ਕੋਈ ਉਸ ਇਨਫੋਰਮੇਸ਼ਨ ਨੂੰ ਮੁੜ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਵਰਤ ਸਕਾਂਗੇ। ਜਦ ਡਰਾਇੰਗ ਸ਼ੀਟਾਂ ਅਤੇ ਹੋਰ ਚੀਜ਼ਾਂ ਜੋ ਅਸੀਂ ਹੱਥੀਂ ਕਰਦੇ ਹਾਂ, ਉਹਨਾਂ ਦੀ ਇੱਕ ਲਾਈਫਟਾਈਮ ਹੁੰਦੀ ਹੈ। ਅਤੇ ਫਰਦਰ, ਜੇਕਰ ਅਸੀਂ ਉਸ ਇਨਫੋਰਮੇਸ਼ਨ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਤਾਂ ਸਪਲਾਈ ਚੇਨ ਦੁਆਰਾ ਸੰਭਵ ਹੋ ਸਕਦਾ ਹੈ। ਇਸ ਲਈ ਟੈਕਨੀਕੀ ਡਰਾਇੰਗਾਂ ਇੱਕ ਥਾਂ ਤੇ ਤਿਆਰ ਕੀਤੀਆਂ ਜਾਣਗੀਆਂ ਅਤੇ ਵੱਖ-ਵੱਖ ਟੀਮਾਂ ਨੂੰ ਸਪਲਾਈ ਕੀਤੀਆਂ ਜਾਣਗੀਆਂ, ਅਤੇ ਸਪਲਾਈ ਚੇਨ ਦੁਆਰਾ ਇਨਫੋਰਮੇਸ਼ਨ ਨੂੰ ਇੱਕ ਸਥਾਨ ਤੋਂ ਦੂਜੀ ਥਾਂ ਤੇ ਟ੍ਰਾਂਸਫਰ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ। ਆਮ ਤੌਰ ਤੇ ਇਸ ਕੰਪਿਊਟਰ ਗ੍ਰਾਫਿਕਸ ਵਿੱਚ ਡਿਜ਼ਾਈਨ ਵਿਚਾਰਾਂ ਦੀ ਕਲਪਨਾ ਲਈ ਇੱਕ ਟੂਲ ਵਜੋਂ ਗ੍ਰਾਫਿਕਸ ਦੀ ਪ੍ਰਭਾਵਸ਼ਾਲੀ ਵਰਤੋਂ ਸ਼ਾਮਲ ਹੁੰਦੀ ਹੈ। ਅਸੀਂ ਪਹਿਲਾਂ ਉਸ ਨੂੰ ਇੰਟਰਪਰੇਟ ਕਰਨ ਲਈ 2 ਡਾਇਮੈਂਸ਼ਨਲ ਸ਼ੀਟ ਤੇ ਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅੰਤ ਵਿੱਚ ਉਹ 3D ਆਬਜੈਕਟ ਕੰਸਟਰਕਟ ਕਰਾਂਗੇ। ਇਹਨਾਂ ਕੰਪਿਊਟਰ ਗ੍ਰਾਫਿਕਸ ਦਾ ਦੂਜਾ ਫਾਇਦਾ ਇਹ ਹੈ ਕਿ ਜੇਕਰ ਕੋਈ ਜਲਦੀ ਇੱਕ ਪ੍ਰੋਟੋਟਾਈਪ ਤਿਆਰ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਡਰਾਇੰਗਾਂ ਦੀ ਵਰਤੋਂ ਕਰਨਾ ਕਾਫੀ ਆਸਾਨ ਹੈ। ਅੱਜਕੱਲ੍ਹ ਲੋਕ 3D ਦੇ ਨਾਲ ਜਾ ਰਹੇ ਹਨ ਅਤੇ ਐਡਵਾਂਸ 4D ਪ੍ਰਿੰਟਿੰਗ ਵਰਗਾ ਹੈ। 3D ਪ੍ਰਿੰਟਿੰਗ ਵਿੱਚ ਜੇਕਰ ਤੁਸੀਂ ਕੰਪਿਊਟਰ ਗ੍ਰਾਫਿਕਸ ਨੂੰ ਉਸ ਆਬਜੈਕਟ ਦਾ ਸੰਪੂਰਨ ਡਿਜ਼ਾਈਨ ਸਪਲਾਈ ਕਰ ਸਕਦੇ ਹੋ, ਤਾਂ ਮਸ਼ੀਨ ਉਸ ਆਬਜੈਕਟ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਿੰਟ ਕਰ ਸਕੇਗੀ। ਤਾਂ ਜੇਕਰ ਕੋਈ ਬਹੁਤ ਜਲਦੀ ਨਾਲ ਪ੍ਰੋਟੋਟਾਈਪ ਤਿਆਰ ਕਰਨਾ ਚਾਹੁੰਦਾ ਹੈ, ਤਾਂ ਆਮ ਸੌਫਟਵੇਅਰ ਜਿਵੇਂ ਕਿ ਆਟੋਕੈਡ, ਸੋਲਿਡ ਵਰਕਸ ਅਤੇ ਕੈਟੀਆ ਵਰਗੇ ਹੋਰ ਸੌਫਟਵੇਅਰ ਵੀ ਹਨ। ਇਹ ਅਸਲ ਵਿੱਚ ਉਹ ਹਨ ਜੋ ਆਸਾਨੀ ਨਾਲ ਉਪਲਬਧ ਹਨ। ਹੁਣ ਤੱਕ ਅਸੀਂ 2D ਡਰਾਇੰਗ
ਬਾਰੇ ਸਿੱਖਿਆ ਹੈ, ਜੋ ਮੁੱਖ ਤੌਰ ਤੇ ਇਹਨਾਂ ਡਰਾਇੰਗਾਂ ਰਾਹੀਂ ਕਿਨੇਮੈਟਿਕਸ ਨੂੰ ਸਮਝਣ ਵਿੱਚ ਮਦਦਗਾਰ ਹੁੰਦੀਆਂ ਹਨ, ਅਤੇ ਸਰਕਟ ਐਲੀਮੈਂਟ ਦੀ ਪੋਜੀਸ਼ਨ ਦੀ ਜਾਂਚ ਕਰਨ ਲਈ, ਜਾਂ ਸ਼ਾਇਦ ਬਲੂਪ੍ਰਿੰਟਸ ਦੇ ਪੁਆਇੰਟ ਲਈ। ਇਹ ਸਾਨੂੰ ਆਸਾਨ ਇਨਫੋਰਮੇਸ਼ਨ ਦੇਣ ਲਈ ਸਿਰਫ ਡਾਕੂਮੈਂਟੇਸ਼ਨ ਹੈ, ਜੋ ਅਸੀਂ ਸਿਰਫ 3 ਡਾਇਮੈਂਸ਼ਨਲ ਮਾਡਲਿੰਗ ਰਾਹੀਂ ਪ੍ਰਾਪਤ ਕਰਾਂਗੇ। ਖਾਸ ਤੌਰ ਤੇ 3 ਡਾਇਮੈਂਸ਼ਨਲ ਮਾਡਲਿੰਗ ਵਿੱਚ 3 ਵੱਖ-ਵੱਖ ਕਿਸਮਾਂ ਸ਼ਾਮਲ ਹਨ। ਇੱਕ ਵਾਇਰਫਰੇਮ ਮਾਡਲ ਹੈ, ਦੂਜਾ ਸਰਫੇਸ ਮਾਡਲ ਹੈ, ਤੀਜਾ ਸੋਲਿਡ ਮਾਡਲ ਹੈ। ਇਸ ਸੌਫਟਵੇਅਰ ਨੂੰ ਦੇਖਣ ਤੋਂ ਪਹਿਲਾਂ, ਇੱਕ ਸੰਖੇਪ ਜਾਣਕਾਰੀ ਹਮੇਸ਼ਾ ਇਸ ਟੈਕਨੀਕੀ ਡਰਾਇੰਗ ਦੇ ਕੁਝ ਕੀਵਰਡ ਯਾਦ ਰੱਖਣ ਵਿੱਚ ਸਾਡੀ ਮਦਦ ਕਰਦੀ ਹੈ। ਇਸ ਮਕਸਦ ਲਈ ਅਸੀਂ ਕੰਪਿਊਟਰ ਗ੍ਰਾਫਿਕਸ ਤੇ ਇਸ ਸੰਖੇਪ ਜਾਣਕਾਰੀ ਨੂੰ ਕਵਰ ਕਰ ਰਹੇ ਹਾਂ। ਪਹਿਲੇ ਵਾਇਰਫਰੇਮ ਮਾਡਲ ਨੂੰ ਕੰਮ ਦੇ ਆਸਾਨ ਵਿਸ਼ਲੇਸ਼ਣ ਲਈ ਇਨਪੁੱਟ ਜਿਓਮੈਟਰੀ ਡੇਟਾ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇੱਥੇ ਬਿਰਜ ਦੀ ਪਿਕਚਰ ਦਿਖਾਈ ਗਈ ਹੈ। ਜੇਕਰ ਤੁਸੀਂ ਧਿਆਨ ਨਾਲ ਵੇਖੋ, ਤਾਂ ਇਸ ਵਿੱਚ ਬਹੁਤ ਸਾਰੇ ਲਾਈਨ ਐਲੀਮੈਂਟ ਹਨ। ਇਹ ਇੱਕ ਵਾਇਰਫਰੇਮ ਵਰਗਾ ਦਿਖਦਾ ਹੈ। ਇਸ ਲਈ ਓਬਜੈਕਟ ਦਾ ਪਿੰਜਰ ਅਸੀਂ ਹਮੇਸ਼ਾ ਇਸ ਵਾਇਰਫਰੇਮ ਤੋਂ ਪ੍ਰਾਪਤ ਕਰਦੇ ਹਾਂ, ਅਤੇ ਜੇਕਰ ਕੋਈ ਓਬਜੈਕਟ ਨੂੰ ਡਿਜ਼ਾਈਨ ਕਰਨਾ ਚਾਹੁੰਦਾ ਹੈ, ਤਾਂ ਇਸ ਵਾਇਰਫਰੇਮ ਦਾ ਹੋਣਾ ਜ਼ਰੂਰੀ ਹੈ। ਉਦਾਹਰਣ ਵਜੋਂ ਇਹ ਸਾਰੀਆਂ ਸਿਵਲ ਇੰਜੀਨੀਅਰਿੰਗ ਪ੍ਰੋਬਲਮ, ਐਰੋਸਪੇਸ ਇੰਜੀਨੀਅਰਿੰਗ ਪ੍ਰੋਬਲਮ, ਕੈਮੀਕਲ ਇੰਜੀਨੀਅਰਿੰਗ, ਮਕੈਨੀਕਲ, ਇਲੈਕਟ੍ਰੀਕਲ ਇੰਜੀਨੀਅਰਿੰਗ, ਇਹ ਮੁੱਖ ਤੌਰ ਤੇ ਕੁਆਂਟਮ ਮਕੈਨਿਕਸ ਦੇ ਪ੍ਰਿੰਸੀਪਲ ਤੇ ਕੰਮ ਕਰਦੇ ਹਨ। ਉੱਥੇ ਫੀਲਡ ਹੋਣਗੇ, ਸਟ੍ਰੈਸ, ਸਟ੍ਰੇਨ, ਟੈਂਪਰੇਚਰ ਬਾਰੇ ਇਨਫੋਰਮੇਸ਼ਨ, ਸ਼ਾਇਦ ਕਰੰਟ ਬਾਰੇ ਇਨਫੋਰਮੇਸ਼ਨ ਹੋਵੇਗੀ, ਅਤੇ ਹੋਰ ਬਹੁਤ ਸਾਰੀਆਂ ਥਿੰਗਸ ਜੋ ਅਸੀਂ ਆਮ ਤੌਰ ਤੇ ਫੀਲਡਸ ਵਾਂਗ ਪ੍ਰਸਤੁਤ ਕਰਦੇ ਹਾਂ। ਇਸ ਦਾ ਮਤਲਬ ਹੈ ਕਿ ਸਿਸਟਮ ਦੇ ਹਰੇਕ ਪੁਆਇੰਟ ਤੇ ਅਸੀਂ ਉਸ ਖਾਸ ਇਨਫੋਰਮੇਸ਼ਨ ਦੀ ਪਛਾਣ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਫਰਦਰ ਪਰਪਸ ਆਮ ਤੌਰ ਤੇ ਜਦੋਂ ਅਸੀਂ ਰਾਈਟਿੰਗ ਪ੍ਰੋਗਰਾਮਾਂ, ਜਾਂ ਸ਼ਾਇਦ ਉਹਨਾਂ ਜ਼ਰੂਰੀ ਭੌਤਿਕ ਵਿਗਿਆਨ ਦੇ ਮੁੱਦਿਆਂ, ਐਸੈਂਸ਼ੀਅਲ ਫਿਜ਼ਿਕਸ ਇਸ਼ੂਜ਼ ਨੂੰ ਸਮਝਣ ਲਈ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰ ਰਹੇ ਹੁੰਦੇ ਹਾਂ, ਤਾਂ ਅਸੀਂ ਇੱਕ ਵਾਇਰਫਰੇਮ ਮਾਡਲ ਵਿੱਚ ਓਬਜੈਕਟ ਦੀ ਕਿਵੇਂ ਸਪਲਾਈ ਕਰਦੇ ਹਾਂ। ਉਦਾਹਰਣ ਲਈ, ਜਿਵੇਂ ਕਿ ਤੁਹਾਡੇ ਕੋਲ ਇੱਕ ਸੈੱਲ ਫੋਨ ਹੈ, ਉਸ ਵਿੱਚ ਇੱਕ ਚਿਪ ਪ੍ਰੋਸੈਸਰ ਹੋ ਸਕਦਾ ਹੈ, ਜੋ ਆਲੇ-ਦੁਆਲੇ ਦੇ ਨਾਲ ਲਗਾਤਾਰ ਊਰਜਾ ਦਾ ਆਦਾਨ ਪ੍ਰਦਾਨ ਕਰ ਰਿਹਾ ਹੈ। ਹੁਣ ਇਹ ਓਵਰਹੀਟ ਹੋ ਸਕਦਾ ਹੈ, ਜੋ ਕਿ ਇਸ ਦੀ ਟੈਂਪਰੇਚਰ ਡਿਸਟ੍ਰੀਬਿਊਸ਼ਨ ਹੋ ਸਕਦੀ ਹੈ। ਸ਼ਾਇਦ ਇਸ ਦਾ ਮਤਲਬ ਹੈ ਕਿ ਉੱਥੇ ਇੱਕ ਮਾਮੂਲੀ ਬਿਰਜ ਹੋ ਰਿਹਾ ਹੈ, ਇਸ ਲਈ ਕੁਝ ਖਾਸ ਤਰ੍ਹਾਂ ਦੀਆਂ ਬਾਉਂਡਰੀ ਕੰਡੀਸ਼ਨਸ ਹਨ। ਹੁਣ ਜੇ ਮੈਂ ਇਸ ਕਾਇੰਡ ਦੀ ਪ੍ਰੋਬਲਮ ਨੂੰ ਸਮਝਣਾ ਚਾਹਾਂਗਾ, ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਦਿਖਾਉਣ ਲਈ ਇੱਕ ਇੰਜੀਨੀਅਰਿੰਗ ਡਰਾਇੰਗ ਕੰਸਟਰਕਟ ਕਰਨੀ ਪੈਣੀ ਹੈ ਕਿ ਅਸਲ ਵਿੱਚ ਚਿਪ ਕਿੱਥੇ ਲੋਕੇਟਡ ਹੈ, ਰੈਜ਼ਿਸਟਰ ਕਿੱਥੇ ਮੌਜੂਦ ਹੈ, ਅਤੇ ਇਸ ਵਿੱਚ ਹੋਰ ਕਿਹੜੇ ਕੰਪੋਨੈਂਟਸ ਸ਼ਾਮਲ ਹਨ। ਟੈਂਪਰੇਚਰ ਫੀਲਡ ਦੇ ਸੰਦਰਭ ਵਿੱਚ ਕਿਸ ਕਾਇੰਡ ਦੀ ਬਾਉਂਡਰੀ ਦੀ ਕੰਡੀਸ਼ਨ ਹੈ, ਅਤੇ ਇਸ ਕਾਇੰਡ ਦੀਆਂ ਥਿੰਗਸ ਨੂੰ ਕਿਵੇਂ ਲਾਗੂ ਕਰਨਾ ਹੈ। ਮੈਨੂੰ ਇਸ ਨੂੰ ਕਿਸੇ ਖਾਸ ਓਬਜੈਕਟ ਤੇ ਬਣਾਉਣਾ ਪੈਣਾ ਹੈ, ਅਤੇ ਉਹ ਇਨਫੋਰਮੇਸ਼ਨ ਜੋ ਸਾਨੂੰ ਕੰਪਿਊਟਰ ਨੂੰ ਹਰ ਪੁਆਇੰਟ ਤੇ ਪੜਾਉਣੀ ਪੈਂਦੀ ਹੈ। ਅਤੇ ਫਰਦਰ ਪਰਪਸ ਆਮ ਤੌਰ ਤੇ ਇਹ ਵਾਇਰਫਰੇਮ ਡਿਜ਼ਾਈਨ ਜਾਂ ਡਰਾਇੰਗ ਮਦਦਗਾਰ ਹੋਣਗੇ। ਇਹ ਦੂਸਰੇ ਇੱਕ ਸਰਫੇਸ ਮਾਡਲ ਹਨ। ਇਹ ਸਰਫੇਸ ਮਾਡਲ ਮੁੱਖ ਤੌਰ ਤੇ ਫੀਲਡਸ ਦੀ ਕਲਪਨਾ ਲਈ ਵਰਤੇ ਜਾਂਦੇ ਹਨ, ਅਤੇ ਉਹ ਉਸ ਓਬਜੈਕਟ ਦੀਆਂ ਕਿਸੇ ਵੀ ਲੁਕੀਆਂ ਲਾਈਨਾਂ ਨੂੰ ਹਟਾ ਦਿੰਦੇ ਹਨ। ਤੁਸੀਂ ਕਿਸੇ ਓਬਜੈਕਟ ਦੀ ਕਲਪਨਾ ਕਰਨਾ ਪਸੰਦ ਕਰਦੇ ਹੋ, ਸ਼ਾਇਦ ਸਰਫੇਸ ਤੇ ਟੈਂਪਰੇਚਰ ਡਿਸਟ੍ਰੀਬਿਊਸ਼ਨ ਦੀ। ਇਸ ਦੀ ਜਗ੍ਹਾ ਭਾਵੇਂ ਅਸੀਂ ਸਪਲਾਈ ਵਾਇਰਫਰੇਮ ਮਾਡਲ ਦਿੰਦੇ ਹਾਂ, ਜੋ ਉਹਨਾਂ ਪੁਆਇੰਟਾਂ ਤੇ ਇਕੁਏਸ਼ਨ ਨੂੰ ਸੋਲਵ ਕਰਦਾ ਹੈ, ਪਰ ਤੁਹਾਡੀ ਸਰਫੇਸ ਇਨਫੋਰਮੇਸ਼ਨ ਜਿਵੇਂ ਕਿ ਟੈਂਪਰੇਚਰ ਡਿਸਟ੍ਰੀਬਿਊਸ਼ਨ ਜਾਂ ਇਲੈਕਟ੍ਰੋਮੈਗਨੈਟਿਕ ਫੀਲਡ ਦਾ ਇੱਕ ਰੰਗੀਨ ਕਾਂਟੂਰ ਜੋ ਤੁਸੀਂ ਦੇਖਣ ਜਾ ਰਹੇ ਹੋ, ਉਹ ਇਸ ਸਰਫੇਸ ਮਾਡਲ ਦੁਆਰਾ ਇੱਕ ਵਧੀਆ ਅਪੀਲ ਦਿੰਦਾ ਹੈ। ਹਾਲਾਂਕਿ ਇਨਫੋਰਮੇਸ਼ਨ 1 ਪੁਆਇੰਟ, 2 ਪੁਆਇੰਟ, ਸ਼ਾਇਦ 100 ਪੁਆਇੰਟ ਤੱਕ ਵੱਖਰੇ ਲੈਵਲ ਤੇ ਉਪਲਬਧ ਹੈ, ਪਰ ਪੁਆਇੰਟ ਤੋਂ ਪੁਆਇੰਟ ਤੱਕ ਇੱਕ ਰੀਕਨਸਟਰਕਸ਼ਨ ਹੋਣਾ ਚਾਹੀਦਾ ਹੈ। ਇਸ ਲਈ ਕਿਸੇ ਵੀ ਸਰਫੇਸ ਮਾਡਲਿੰਗ ਸੰਕਲਪ ਵਿੱਚ ਇਸ ਵੱਖਰੀ ਇਨਫੋਰਮੇਸ਼ਨ ਤੋਂ ਇਸ ਕਾਇੰਡ ਦੀ ਇੰਟਰਪੋਲੇਸ਼ਨ ਸ਼ਾਮਲ ਹੁੰਦੀ ਹੈ। ਉਦਾਹਰਣ ਲਈ, ਇਹ ਕਾਰ ਬੋਡੀ ਜੋ ਵੀ ਹੋਵੇ, ਜਦੋਂ ਅਸੀਂ ਇਸ ਨੂੰ ਦੇਖਦੇ ਹਾਂ, ਤਾਂ ਇਹ ਅੱਖਾਂ ਨੂੰ ਵਧੀਆ ਲੱਗਦੀ ਹੈ, ਪਰ ਕਲਰ ਕੰਟਰਾਸਟ ਜਾਂ ਸ਼ਾਇਦ ਉਸ ਓਬਜੈਕਟ ਦੇ ਕਰਵੇਚਰ ਬਾਰੇ ਇਨਫੋਰਮੇਸ਼ਨ ਜਾਂ ਅਜਿਹੀਆਂ ਚੀਜ਼ਾਂ ਦੀ ਵੱਖਰੀ ਇਨਫੋਰਮੇਸ਼ਨ ਤੇ ਉਪਲਬਧ ਹਨ।
ਉਹਨਾਂ ਵੱਖਰੀਆਂ ਇਨਫੋਰਮੇਸ਼ਨ ਦੀ ਵਰਤੋਂ ਕਰਦਿਆਂ ਅਸੀਂ ਜੋ ਰੈਂਡਰਿੰਗ ਟੈਕਨੀਕਾਂ ਨਾਲ ਜਾਂਦੇ ਹਾਂ ਤੇ ਇੱਕ ਵਧੀਆ ਅਪੀਲ ਵਾਲੇ ਆਬਜੈਕਟ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਕਾਇੰਡ ਦੀ ਪ੍ਰਕਿਰਿਆ ਨੂੰ ਅਸੀਂ ਸਰਫੇਸ ਮੋਡਲਿੰਗ ਕਹਿੰਦੇ ਹਾਂ। ਅਤੇ ਇਹਨਾਂ ਸਰਫੇਸ ਮੋਡਲਾਂ ਦੀ ਕੋਈ ਮੋਟਾਈ ਨਹੀਂ ਹੁੰਦੀ, ਉਹਨਾਂ ਦੀ ਮੋਟਾਈ ਬੇਅੰਤ ਛੋਟੀ ਹੁੰਦੀ ਹੈ। ਉਹਨਾਂ ਦੀ ਲੈਂਥ, ਬ੍ਰੇਡਥ, ਉਚਾਈ ਇਸ ਕਾਇੰਡ ਦੀਆਂ ਥਿੰਗਸ ਮਾਇਨੇ ਰੱਖਦੀਆਂ ਹਨ, ਪਰ ਮੋਟਾਈ ਨਹੀਂ। ਜੇਕਰ ਸਾਡੇ ਕੋਲ ਇਸ ਤਰ੍ਹਾਂ ਦੇ ਆਬਜੈਕਟ ਹਨ, ਜਿਨ੍ਹਾਂ ਨੂੰ ਅਸੀਂ ਸਰਫੇਸ ਮੋਡਲਿੰਗ ਦੀ ਵਰਤੋਂ ਕਰਕੇ ਬਣਾਉਂਦੇ ਹਾਂ। ਕੁਝ ਆਬਜੈਕਟ ਹਨ, ਜਿਨ੍ਹਾਂ ਵਿੱਚ ਮੋਟਾਈ ਅਤੇ ਦੂਜੇ ਡਾਇਮੈਂਸ਼ਨ ਵੀ ਮਹੱਤਵਪੂਰਨ ਹੁੰਦੇ ਹਨ। ਉਦਾਹਰਨ ਲਈ, ਇੱਕ ਗੈਸ ਟਰਬਾਈਨ ਹੈ, ਜੋ ਸ਼ਾਇਦ ਇੱਕ ਜੈਟ ਇੰਜਨ ਲਈ ਹੋ ਸਕਦਾ ਹੈ। ਤੁਹਾਡੇ ਕੋਲ ਟਰਬਾਈਨ ਬਲੇਡ, ਕੰਪਰੈਸਰ, ਨੋਜ਼ਲ, ਪੱਖੇ ਅਤੇ ਹੋਰ ਕਾਇੰਡ ਦੀਆਂ ਥਿੰਗਸ ਹੋ ਸਕਦੀਆਂ ਹਨ। ਕੁਝ ਹਿੱਸੇ ਪੱਖੇ ਦੇ ਬਲੇਡਾਂ ਵਰਗੇ ਸਰਫੇਸ ਹਨ, ਜਿਨ੍ਹਾਂ ਦੀ ਮੋਟਾਈ 0 ਹੈ, ਪਰ ਇਹਨਾਂ ਵਿੱਚੋਂ ਕੁਝ ਨੋਜ਼ਲ ਵਰਗੇ ਹਨ ਅਤੇ ਸ਼ਾਇਦ ਉਸ ਆਬਜੈਕਟ ਦੇ ਸ਼ੈਫਟ। ਇਹ 3 ਡਾਇਮੈਂਸ਼ਨਲ ਥਿੰਗਸ ਹਨ। ਤਾਂ ਡਿਟੇਲਡ ਵਿਊ, ਜੇਕਰ ਅਸੀਂ ਅਜਿਹੀਆਂ ਥਿੰਗਸ ਪ੍ਰਦਾਨ ਕਰਨ ਜਾ ਰਹੇ ਹਾਂ ਜਿਸ ਨੂੰ ਅਸੀਂ ਸੋਲਿਡ ਮਾਡਲ ਕਹਿੰਦੇ ਹਾਂ। ਹਾਲਾਂਕਿ ਓਰੀਐਂਟੇਸ਼ਨ ਅਨੁਸਾਰ ਕੰਪਿਊਟਰ ਗ੍ਰਾਫਿਕਸ ਦੇ ਰੂਪ ਵਿੱਚ ਸਾਰੇ 3 ਡਾਇਮੈਂਸ਼ਨਲ ਹਨ, ਪਰ ਉਹਨਾਂ ਨੂੰ ਵਾਇਰਫਰੇਮ ਮਾਡਲ, ਸਰਫੇਸ ਮਾਡਲ ਅਤੇ ਸੋਲਿਡ ਮਾਡਲਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ। ਜੇਕਰ ਤੁਸੀਂ ਸੋਲਿਡ ਮਾਡਲਾਂ ਨਾਲ ਜਾ ਰਹੇ ਹੋ, ਤਾਂ ਇਸ ਲਈ ਬਹੁਤ ਜ਼ਿਆਦਾ ਜਾਂ ਵਿਸ਼ਾਲ ਕੰਪਿਊਟਰ ਮੈਮਰੀ ਦੀ ਲੋੜ ਹੈ। ਤੁਹਾਨੂੰ ਇਹਨਾਂ ਸਾਰੇ ਪੁਆਇੰਟਾਂ ਤੇ ਇਨਫੋਰਮੇਸ਼ਨ ਸਟੋਰ ਕਰਨੀ ਪਵੇਗੀ। ਸਰਫੇਸ ਵਾਇਰਫਰੇਮ ਅਤੇ ਸੋਲਿਡ ਮਾਡਲਾਂ ਦੇ ਵਿਚਕਾਰ ਹੈ। ਤਾਂ ਆਓ, ਅਸੀਂ ਇਹਨਾਂ ਵਾਇਰਫਰੇਮ ਮਾਡਲਾਂ ਬਾਰੇ ਵਿਸਥਾਰ ਵਿੱਚ ਵੇਖੀਏ। ਆਮ ਤੌਰ ਤੇ ਕੋਈ ਵੀ 3 ਡਾਇਮੈਂਸ਼ਨਲ ਆਬਜੈਕਟ ਜਿਸ ਨੂੰ ਅਸੀਂ ਵਾਇਰਫਰੇਮ ਦੁਆਰਾ ਜੋੜਨ ਜਾ ਰਹੇ ਹਾਂ, ਮਤਲਬ ਕਿ ਅਸੀਂ ਵਰਟੀਸਿਸ ਵਰਗੀ ਕਿਸੇ ਚੀਜ਼ ਦੀ ਪਛਾਣ ਕਰਨ ਜਾ ਰਹੇ ਹਾਂ, ਅਤੇ ਐਜ ਵਰਗੀ ਕੋਈ ਥਿੰਗ। ਉਦਾਹਰਨ ਲਈ, ਜੇਕਰ ਮੈਂ ਇੱਕ ਕਿਊਬੋਇਡ ਨੂੰ ਦਰਸਾਉਣਾ ਚਾਹੁੰਦਾ ਹਾਂ, ਵਾਇਰਫਰੇਮ ਮਾਡਲ ਵਿੱਚ ਜੋ ਮੈਨੂੰ ਚਾਹੀਦਾ ਹੈ, ਉਹ ਵਰਟੀਸਿਸ ਵਰਗਾ ਕੁਝ ਹੈ। ਇਹ ਵਰਟੀਸਿਸ ਹਨ। ਅਤੇ ਸਾਨੂੰ ਡੇਟਾ ਸਟਰਕਚਰ ਵਰਗੀ ਕੁਝ ਹੋਰ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ, ਜੋ ਉੱਥੇ ਇੱਕ ਦੂਜੇ ਨਾਲ ਜੁੜੇ ਹੋਏ ਵਰਟੀਸਿਸ ਹੁੰਦੇ ਹਨ। ਜੇਕਰ ਸਾਡੇ ਕੋਲ ਇਹ ਇਨਫੋਰਮੇਸ਼ਨ ਹੈ, ਸਿਰਫ ਤਾਂ ਹੀ ਅਸੀਂ ਇਹਨਾਂ ਦੋਨਾਂ ਨੂੰ ਦਰਸਾਉਣ ਦੀ ਪੋਜੀਸ਼ਨ ਵਿੱਚ ਹੋਵਾਂਗੇ ਜੋ ਇਹਨਾਂ ਐਜ ਦੁਆਰਾ ਜੁੜੇ ਹੋਣੇ ਚਾਹੀਦੇ ਹਨ। ਇਹ ਉਹਨਾਂ ਐਜ ਦੁਆਰਾ ਜੁੜੇ ਹੋਣੇ ਚਾਹੀਦੇ ਹਨ ਅਤੇ ਇਹ ਉਹਨਾਂ ਐਜ ਦੁਆਰਾ ਜੁੜੇ ਹੋਏ ਹਨ। ਅਤੇ ਫਰਦਰ, ਇਸ ਲਈ ਇੱਕ ਪ੍ਰੋਪਰ ਡੇਟਾ ਮੈਨੇਜਮੈਂਟ ਹੈ, ਜੋ ਇਸ ਨਾਲ ਕਰਨਾ ਹੁੰਦਾ ਹੈ। ਇਸ ਲਈ ਵਾਇਰਫਰੇਮ ਮਾਡਲਾਂ ਵਿੱਚ, ਅਸੀਂ ਇਸ ਕਿਸਮ ਦੀਆਂ ਛੁਪੀਆਂ ਲਾਈਨਾਂ ਨਹੀਂ ਦਿਖਾਉਂਦੇ ਹਾਂ। ਪਰ ਇਸ ਵਿੱਚ ਵਰਟੀਸਿਸ ਵੀ ਅਤੇ ਇਹ ਐਜ ਹਨ। ਕੋਈ ਵੀ 3 ਡਾਇਮੈਂਸ਼ਨਲ ਆਬਜੈਕਟ ਜਿਸ ਨੂੰ ਅਸੀਂ ਦਰਸਾਉਣਾ ਚਾਹੁੰਦੇ ਹਾਂ, ਇਹ ਉਹ ਮਿਨੀਮਮ ਇਨਫੋਰਮੇਸ਼ਨ ਹੈ ਜਿਸ ਦੀ ਸਾਨੂੰ ਇਸ ਨਾਲ ਜੁੜਨ ਲਈ ਲੋੜ ਹੁੰਦੀ ਹੈ। ਹੁਣ ਜੇਕਰ ਅਸੀਂ ਇਹਨਾਂ ਨੋਡਸ, ਵਰਟੀਸਿਸ, ਐਜ ਅਤੇ ਹੋਰ ਕਿਸਮ ਦੀ ਸੰਰਚਨਾ ਨੂੰ ਟਰੈਕ ਕਰਨ ਦੇ ਮਾਮਲੇ ਵਿੱਚ ਸਾਵਧਾਨ ਨਹੀਂ ਹਾਂ, ਤਾਂ ਇਹੀ ਪੁਆਇੰਟ ਸਾਨੂੰ ਮਿਸਲੀਡਿੰਗ ਇਨਫੋਰਮੇਸ਼ਨ ਵੀ ਦੇ ਸਕਦੇ ਹਨ। ਜੇਕਰ ਅਸੀਂ ਇਸ ਇਨਫੋਰਮੇਸ਼ਨ ਨੂੰ ਧਿਆਨ ਨਾਲ ਕਨੈਕਟ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਹਾਂ, ਤਾਂ ਹੋ ਸਕਦਾ ਹੈ ਕਿ ਇਹ ਵਾਲਾ ਉੱਥੇ ਜਾਂਦਾ ਹੈ, ਇਹ ਵਾਲਾ ਆਉਂਦਾ ਹੈ ਅਤੇ ਇਹ ਵਾਲਾ ਆਉਂਦਾ ਹੈ। ਅਤੇ ਇਹ ਇੱਕ ਕੰਪਲਿਕੇਟਡ ਪਿਕਚਰ ਹੋਵੇਗੀ। ਸਾਡੇ ਕੋਲ ਅਜਿਹਾ ਕੁਝ ਹੋਵੇਗਾ ਜੋ ਦੇਖਿਆ ਜਾ ਸਕਦਾ ਹੈ। ਇਸ ਲਈ ਜਦੋਂ ਅਸੀਂ ਵਾਇਰਫਰੇਮ ਮਾਡਲਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ ਤਾਂ ਇਹ ਵਰਟੀਸਿਸ ਉਹਨਾਂ ਦੇ ਲਿੰਕਾਂ ਨੂੰ ਐਡਜਸਟ ਕਰਦੇ ਹਨ। ਹਾਇਰਾਰਕੀ ਦਾ ਧਿਆਨ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਆਮ ਤੌਰ ਤੇ ਇਹਨਾਂ ਵਾਇਰਫਰੇਮ ਮਾਡਲਾਂ ਵਿੱਚ ਪਲੇਨਜ਼, ਸਮਤਲਾਂ ਬਾਰੇ ਜਾਣਕਾਰੀ ਹੁੰਦੀ ਹੈ, ਜਿਵੇਂ ਕਿ ਸਾਈਜ਼ ਅਤੇ ਓਰੀਐਂਟੇਸ਼ਨ। ਕੁਝ ਅਜਿਹਾ ਜਿਵੇਂ ਕਿ ਸਰਫੇਸ 40 ਡਿਗਰੀ, 50 ਡਿਗਰੀ ਅਤੇ ਇਸ ਤਰ੍ਹਾਂ ਦੀ ਹੈ। ਅਤੇ ਇਹ ਸਾਰੀ ਇਨਫੋਰਮੇਸ਼ਨ ਐਜ ਦੇ ਸੈਟ ਨਾਲ ਸੰਬੰਧਿਤ ਹੈ। ਤਾਂ ਸਾਡੇ ਕੋਲ ਹਮੇਸ਼ਾ ਐਜ ਹੁੰਦੇ ਹਨ, ਜਿਵੇਂ ਕਿ ਇਹ ਇੱਕ ਐਜ ਹੈ, ਦੂਜਾ ਐਜ ਹੈ, ਅਤੇ ਇਹ ਇੱਕ ਹੋਰ ਐਜ ਹੈ, ਅਤੇ ਇਸ ਤਰ੍ਹਾਂ ਹੋਰ। ਇਸ ਲਈ ਐਜ ਦਾ ਸੈਟ ਉੱਥੇ ਹਮੇਸ਼ਾ ਹੁੰਦਾ ਹੈ, ਅਤੇ ਇਹ ਐਜ ਆਮ ਤੌਰ ਤੇ ਇੱਕ ਦੂਜੇ ਨੂੰ ਇੰਟਰਸੈਕਟ ਕਰਕੇ
ਇਸ ਨੂੰ ਇੱਕ 3 ਡਾਈਮੈਂਸ਼ਨਲ ਓਬਜੈਕਟ ਬਣਾਉਂਦੇ ਹਨ। ਅਤੇ ਆਮ ਤੌਰ ਤੇ, ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇਹਨਾਂ ਵਰਟੀਸਸ ਨੂੰ ਸਿਰਫ ਲਾਈਨਾਂ ਨਾਲ ਜੋੜਨਾ ਹੋਵੇ। ਉਹਨਾਂ ਨੂੰ ਕਰਵ ਦੁਆਰਾ ਵੀ ਜੋੜਿਆ ਜਾ ਸਕਦਾ ਹੈ। ਇੱਥੇ ਸਾਡੇ ਕੋਲ ਇੱਕ ਅਜਿਹਾ ਉਦਾਹਰਨ ਸਿਲੰਡਰ ਹੈ। ਜੇਕਰ ਇਹ ਉਹ ਪੁਆਇੰਟ ਹਨ ਜਿਨ੍ਹਾਂ ਨੂੰ ਅਸੀਂ ਐਜ ਵਜੋਂ ਪਰਿਭਾਸ਼ਿਤ ਕਰ ਰਹੇ ਹਾਂ, ਫਿਰ ਅਸੀਂ ਆਰਕਸ ਦੁਆਰਾ ਵੀ ਇਹ ਕੰਸਟਰਕਟ ਕਰ ਸਕਦੇ ਹਾਂ। ਜੇਕਰ ਮੈਂ ਸਮਾਨ ਕਾਇੰਡ ਦੇ ਓਬਜੈਕਟ ਨੂੰ ਦੁਹਰਾਉਂਦਾ ਹਾਂ ਤਾਂ ਸ਼ਾਇਦ ਮੈਂ 3 ਡਾਈਮੈਂਸ਼ਨਲ ਸ਼ੇਪ ਬਣਾਉਣ ਦੀ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗਾ। ਉਦਾਹਰਨ ਲਈ, ਜੇਕਰ ਮੈਂ ਇੱਕ ਬਹੁਤ ਲੰਬੀ ਪਾਈਪ ਵਰਗੀ ਕੋਈ ਚੀਜ਼ ਚਾਹੁੰਦਾ ਹਾਂ, ਤਾਂ ਸਾਡੇ ਕੋਲ ਉਸ ਕਾਇੰਡ ਦੇ ਸਿਲੰਡਰੀਕਲ ਐਲੀਮੈਂਟ ਹੋਣਗੇ ਜੋ ਲਾਈਨ ਬਾਏ ਲਾਈਨ ਜੁੜੇ ਹੋਏ ਹਨ। ਜੇਕਰ ਸਾਡੇ ਕੋਲ ਇੱਕ ਪਾਈਪ ਬੇਂਡ ਹੈ, ਤਾਂ ਫਿਰ ਉਸ ਸਿਲੰਡਰ ਦਾ ਕੁਝ ਪਾਰਟ, ਕੁਝ ਹੋਰ ਚੀਜ਼ਾਂ ਨੂੰ ਹੋਰ ਕਾਇੰਡ ਦੇ ਕਰਵ ਅਤੇ ਆਰਕਸ ਦੁਆਰਾ ਅਸੀਂ ਇਸ ਨੂੰ ਜੋੜਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਕੁੱਲ ਮਿਲਾ ਕੇ ਵਾਇਰਫਰੇਮ ਮਾਡਲ ਵਿੱਚ ਹਮੇਸ਼ਾ ਵਰਟੀਸਿਸ ਦੀਆਂ ਕੋਆਰਡੀਨੇਟ ਵੈਲਿਊਜ਼ ਹੁੰਦੀਆਂ ਹਨ। ਅਤੇ ਖਾਸ ਐਜ ਨਾਲ ਸੰਬੰਧਿਤ ਵਰਟੀਸਿਸ ਕੀ ਹਨ? ਅਤੇ ਕੀ ਇਹਨਾਂ ਐਜ ਤੋਂ ਕੋਈ ਫੇਸ ਬਣਦੇ ਹਨ? ਇਹ ਸਭ ਤੋਂ ਮਹੱਤਵਪੂਰਨ ਇਨਫੋਰਮੇਸ਼ਨ ਹੈ। ਹੁਣ ਜਦੋਂ ਅਸੀਂ ਇਹਨਾਂ ਐਜ ਦੇ ਵਰਟੀਸਿਸ ਤੇ ਡੇਟਾਬੇਸ ਸਟਰਕਚਰ ਨੂੰ ਧਿਆਨ ਨਾਲ ਦੇਖ ਰਹੇ ਹੁੰਦੇ ਹਾਂ ਜੋ ਕੰਸਟਰਕਟ ਹੁੰਦਾ ਹੈ, ਤਾਂ ਵੱਖ-ਵੱਖ ਕਾਇੰਡ ਦੇ ਓਪਰੇਸ਼ਨ ਹੁੰਦੇ ਹਨ ਜਾਂ ਸ਼ਾਇਦ ਸੰਯੋਜਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਵਿੱਚੋਂ ਇੱਕ ਰਿਲੇਸ਼ਨਲ ਓਪਰੇਟਰ ਹੈ, ਜਿੱਥੇ ਲਿਸਟ ਅਤੇ ਐਰੇ ਦਾ ਇੱਕ ਸੈਟ ਅਸੀਂ ਇਸ ਨੂੰ ਸਟੋਰ ਕਰਨ ਲਈ ਵਰਤਾਂਗੇ। ਕੁਝ ਅਜਿਹਾ ਜਿਵੇਂ ਕਿ ਵਰਟੇਕਸ ਲਿਸਟ ਕੀ ਹੈ v1 v2 v3 v4 ਅਤੇ ਫਿਰ ਐਜ ਲਿਸਟ ਬਾਰੇ ਕੁਝ ਉਹ ਵਰਟੇਸਿਸ ਕੀ ਹਨ ਜੋ ਇੱਕ ਦੂਜੇ ਨਾਲ ਜੁੜ ਕੇ ਇੱਕ ਐਜ ਬਣਾਉਂਦੇ ਹਨ। ਹਾਲਾਂਕਿ ਇੱਥੇ 0001000100001 ਇਹ ਇੱਕ ਕਿਊਬੋਇਡ ਬਣਾ ਸਕਦਾ ਹੈ। ਇਸ ਨੂੰ ਕੰਪਿਊਟਰ ਨੂੰ ਸਿਖਾਉਣ ਲਈ ਸਾਨੂੰ ਨਾ ਸਿਰਫ ਇਹ ਸਟੋਰ ਕਰਨਾ ਪੈਂਦਾ ਹੈ ਕਿ ਇਹ ਇਨਫੋਰਮੇਸ਼ਨ ਕੀ ਹੈ, ਬਲਕਿ ਉਹ ਇਨਫੋਰਮੇਸ਼ਨ ਵੀ ਕਿ ਕਿਹੜੇ ਦੋ ਵਰਟੇਸਿਸ ਇੱਕ ਦੂਜੇ ਨਾਲ ਜੁੜੇ ਹੋਏ ਹਨ। ਤਾਂ ਇੱਥੇ 4 ਵਰਟੇਸਿਸ ਲਈ ਸਾਡੇ ਕੋਲ ਇੱਕ ਕੰਬੀਨੇਸ਼ਨ ਹੈ, ਜਿਵੇਂ ਕਿ ਸਾਡੇ ਕੋਲ 1 2 3 4 5 6 ਕੰਬੀਨੇਸ਼ਨ ਹਨ। ਇਹ 4 ਵਿੱਚੋਂ 2 ਜੋੜਿਆਂ ਦੇ ਵਿਚਕਾਰ ਇੱਕ ਕੰਬੀਨੇਸ਼ਨ ਹੈ ਜੋ ਅਸੀਂ ਕਿਵੇਂ ਕੰਸਟਰਕਟ ਕਰਨਾ ਹੈ। ਇੱਕ ਤਰੀਕਾ ਹੈ ਜਿਸ ਨਾਲ ਅਸੀਂ ਇਸ ਨੂੰ ਕੰਪਿਊਟਰ ਨੂੰ ਸਿਖਾਉਂਦੇ ਹਾਂ ਜਾਂ ਇਸ ਨੂੰ ਇਹ ਕਹਿ ਕੇ ਸਟੋਰ ਕਰਦੇ ਹਾਂ ਕਿ ਇਹ ਉਸ ਖਾਸ ਕਿਊਬੋਇਡ ਦਾ ਹੈ। ਸਿਮਿਲਰਲੀ ਟਰੀ ਸਟਰਕਚਰ ਹੋਣਗੇ ਜਿਸ ਲਈ ਸਾਵਧਾਨ ਰਹਿਣਾ ਹੋਵੇਗਾ, ਜਿਵੇਂ ਕਿ ਓਬਜੈਕਟ ਕੀ ਹੈ, ਕਿਹੜੇ ਸਰਫੇਸ ਜੁੜੇ ਹੋਏ ਹਨ, ਅਤੇ ਹਰੇਕ ਸਰਫੇਸ ਦੇ ਕਿੰਨੇ ਐਜ ਹਨ, ਅਤੇ ਉਹਨਾਂ ਐਜ ਵਿੱਚ ਜੋ ਕਿ ਵਰਟੇਸਿਸ ਹਨ, ਅਤੇ ਉਹਨਾਂ ਵਰਟੇਸਿਸ ਵਿੱਚ XY ਇਨਫੋਰਮੇਸ਼ਨ ਕੀ ਹੈ। ਇਸ ਲਈ ਇੱਕ ਵਿਸਤ੍ਰਿਤ ਹਾਇਰਾਰਕੀਅਲ ਸਟਰਕਚਰ ਨੂੰ ਇਸ ਦੇ ਨਾਲ ਹੋਣਾ ਚਾਹੀਦਾ ਹੈ। ਤਾਂ ਉੱਥੇ ਤੁਹਾਡੀ ਬੇਸਿਕ ਪ੍ਰੋਗਰਾਮਿੰਗ ਇਹ ਕਨਸੈਪਟ ਦੀ ਪਿਕਚਰ ਸਾਹਮਣੇ ਆਉਂਦੀ ਹੈ। ਕਈ ਵਾਰ ਕਲਾਸ ਨੂੰ ਪਰਿਭਾਸ਼ਿਤ ਕਰਨਾ ਵੀ ਇਹਨਾਂ ਪੁਆਇੰਟਾਂ ਨੂੰ ਜੋੜਨ ਲਈ ਉਪਯੋਗੀ ਕਨਸੈਪਟ ਹੈ। ਅਤੇ ਇੱਕ ਨੈਟਵਰਕ ਵੀ ਸ਼ਾਮਲ ਹੋਵੇਗਾ ਜਦੋਂ ਤੁਸੀਂ ਇਹਨਾਂ ਪੁਆਇੰਟਾਂ ਨੂੰ ਜੋੜ ਰਹੇ ਹੋ। ਉਦਾਹਰਨ ਲਈ ਡੇਟਾ ਪੁਆਇੰਟਰ ਕੁਦਰਤੀ ਤੌਰ ਤੇ ਪਿਕਚਰ ਸਾਹਮਣੇ ਆਉਂਦੀ ਹੈ। ਇੱਕ ਸਰਫੇਸ ਵਰਗੀ ਕੋਈ ਚੀਜ਼, ਜਿਸ ਦੇ ਐਜ E1, E4, E6 ਹੁੰਦੇ ਹਨ। ਇਸ ਲਈ E1 ਨੂੰ ਕੰਸਟਰਕਟ ਕਰਨ ਲਈ ਸ਼ਾਇਦ ਤੁਸੀਂ 1 ਅਤੇ 2 ਪੁਆਇੰਟ ਦੀ ਵਰਤੋਂ ਕਰ ਰਹੇ ਹੋਵੋ। ਇਸ ਲਈ ਇਹ ਕੁਦਰਤੀ ਤੌਰ ਤੇ ਇੱਕ ਪੁਆਇੰਟਡ ਵੇਰੀਏਬਲ ਦੇ ਰੂਪ ਵਿੱਚ ਜੁੜੇ ਹੋਏ ਹਨ। ਆਮ ਤੌਰ ਤੇ, ਹਰੇਕ ਵਰਟੇਕਸ ਦੇ 3 ਕੋਆਰਡੀਨੇਟ XYZ ਹੁੰਦੇ ਹਨ, ਅਤੇ ਹਰੇਕ ਐਜ ਨੂੰ 2 ਸਿਰਿਆਂ ਨਾਲ ਸੀਮਤ ਕੀਤਾ ਜਾਂਦਾ ਹੈ।
ਜੇਕਰ ਮੈਂ ਐਜ ਵਰਗਾ ਕੁਝ ਕਹਿ ਰਿਹਾ ਹਾਂ ਤਾਂ ਦੋਵੇਂ ਸਿਰੇ ਵਰਟੇਸਿਸ ਹਨ। ਅਤੇ ਆਮ ਤੌਰ ਤੇ ਮਿਨੀਮਮ 3 ਨੂੰ ਹਰੇਕ ਵਰਟੇਕਸ ਤੇ ਇੰਟਰਸੈਕਟ ਕਰਨਾ ਚਾਹੀਦਾ ਹੈ। ਕੁਝ ਅਜਿਹਾ ਜਿਵੇਂ ਕਿ ਜੇ ਮੈਂ ਕਹਿ ਰਿਹਾ ਹਾਂ ਕਿ ਇਹ ਵਰਟੇਕਸ ਹੈ। ਸ਼ਾਇਦ ਇੱਥੇ ਇੱਕ ਐਜ ਹੋ ਸਕਦਾ ਹੈ। ਦੂਜਾ ਐਜ ਆ ਰਿਹਾ ਹੈ। ਇੱਕ ਹੋਰ ਐਜ ਜਾ ਰਿਹਾ ਹੈ। ਇਸ ਤਰ੍ਹਾਂ ਇੱਕ ਨੈਟਵਰਕ ਕੰਸਟਰਕਟ ਕੀਤਾ ਜਾਵੇਗਾ। ਇੱਥੋਂ ਤੱਕ ਕਿ ਇੱਕ ਫੇਸ ਵਰਗੀ ਚੀਜ਼ ਨੂੰ ਪਰਿਭਾਸ਼ਿਤ ਕਰਨ ਲਈ ਤੁਹਾਨੂੰ 3 ਐਜ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਇੱਥੇ ਸਾਡੇ ਕੋਲ ਇੱਕ ਟਰਾਇੰਗੂਲਰ ਫੇਸ ਹੈ। ਇਹ ਪਹਿਲਾ ਐਜ, ਦੂਜਾ ਐਜ, ਤੀਜਾ ਐਜ ਹੈ। ਹੋ ਸਕਦਾ ਹੈ ਕਿ ਵਰਟੇਸਿਸ ਵੀ 1 ਵੀ 2 ਅਤੇ ਵੀ 3 ਹੋਣ। ਮੈਂ ਜਿਵੇਂ ਕਿਹਾ ਹੈ ਕਿ ਇਹ ਵਾਇਰਫਰੇਮ ਮਾਡਲ ਇੱਕ 3 ਡਾਇਮੈਂਸ਼ਨਲ ਓਬਜੈਕਟ ਦੀ ਲੋ ਡਾਇਮੈਂਸ਼ਨਲ ਰਿਪਰੈਜ਼ੈਂਟੇਸ਼ਨ ਹਨ। ਇਹ ਨਿਊਨਤਮ ਤਰੀਕਾ ਹੈ ਕਿ ਉਹ 3D ਓਬਜੈਕਟ ਦੀ ਰਿਪਰੈਜ਼ੈਂਟੇਸ਼ਨ ਕਰ ਸਕਦਾ ਹੈ। ਇਸ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ ਕਿ ਜਦੋਂ ਤੁਸੀਂ ਜਿਓਮੈਟਰੀ ਨੂੰ ਲੋਡ ਕਰ ਰਹੇ ਹੋ ਜਾਂ ਸ਼ਾਇਦ ਜਿਓਮੈਟਰੀ ਦਾ ਵਿਸ਼ਲੇਸ਼ਣ, ਜਾਂ ਸ਼ਾਇਦ ਜਿਓਮੈਟਰੀ ਦੇ ਪੋਲਸ ਦੀ ਪ੍ਰਕਿਰਿਆ ਦਾ ਵਿਸ਼ਲੇਸ਼ਣ ਕਰ ਰਹੇ ਹੋ, ਨਾ ਸਿਰਫ ਆਪਣੇ ਲਈ। ਇੱਥੋਂ ਤੱਕ ਕਿ ਇੰਜੀਨੀਅਰਿੰਗ ਡਿਜ਼ਾਈਨ ਦ੍ਰਿਸ਼ਟੀਕੋਣ ਲਈ ਵੀ ਇਹ ਵਾਇਰਫਰੇਮ ਮਾਡਲ ਇਸ ਨੂੰ ਕੰਪਿਊਟਰ ਤੇ ਲੋਡ ਕਰਨ ਅਤੇ ਮੈਮਰੀ ਨੂੰ ਕਲੀਅਰ ਕਰਨ ਲਈ ਆਸਾਨ ਹਨ। ਇਹ ਤੇਜ਼ੀ ਨਾਲ ਅਤੇ ਕੁਸ਼ਲਤਾ ਨਾਲ ਇਨਫੋਰਮੇਸ਼ਨ ਪ੍ਰਦਾਨ ਕਰ ਸਕਦੇ ਹਨ। ਅਤੇ ਸਾਡੇ ਕੋਲ ਬਹੁਤ ਸਾਰੇ ਵਿਚਾਰ ਹੋਣਗੇ ਜਿਨ੍ਹਾਂ ਨੂੰ ਅਸੀਂ ਆਸਾਨੀ ਨਾਲ ਕੰਸਟਰਕਟ ਕਰ ਸਕਦੇ ਹਾਂ। ਕੋਈ ਵੀ ਲਾਈਨਾਂ ਜੋ ਅਸੀਂ ਦੇਖ ਰਹੇ ਹਾਂ ਕਿ ਇਹ ਸਰਫੇਸ ਦਾ ਇੰਟਰਸੈਕਸ਼ਨ ਹੈ, ਜਿਸ ਦਾ ਮਤਲਬ ਹੈ ਕਿ ਸਾਨੂੰ ਇਹ ਪਤਾ ਹੈ ਕਿ ਕਿਹੜੇ ਸਰਫੇਸ ਇੱਕ ਦੂਜੇ ਨਾਲ ਜੁੜੇ ਹਨ। ਕਿਸੇ ਵੀ ਕੰਟੀਨਿਊਮ ਐਨਾਲਿਸਿਸ ਲਈ, ਜਿਵੇਂ ਕਿ ਓਬਜੈਕਟ ਨੂੰ ਡਿਜ਼ਾਈਨ ਕਰਨਾ, ਪ੍ਰਸਿੱਧ ਨਿਊਮੈਰੀਕਲ ਮੈਥਡ ਵਿੱਚੋਂ ਇੱਕ, ਜਿਸਨੂੰ ਅਸੀਂ ਇੰਜੀਨੀਅਰਿੰਗ ਵਿੱਚ ਫਾਈਨਾਈਟ ਐਲੀਮੈਂਟ ਐਨਾਲਿਸਿਸ ਕਹਿੰਦੇ ਹਾਂ। ਇਹ ਵਾਇਰਫਰੇਮ ਮਾਡਲ ਡੇਟਾ ਦਾ ਵਿਸ਼ਲੇਸ਼ਣ ਕਰਨ ਲਈ ਸ਼ੁਰੂਆਤੀ ਸਟੈਪ ਹਨ। ਅੱਜ ਕੱਲ੍ਹ ਵੀ ਲੋਕ ਕੰਪਿਊਟਰ ਕੰਟਰੋਲਡ ਮਸ਼ੀਨਾਂ CNC ਮਸ਼ੀਨਾਂ ਦੀ ਵਰਤੋਂ ਕਰਦੇ ਹਨ। ਇਸ ਕਾਇੰਡ ਦੀਆਂ ਮਸ਼ੀਨਾਂ, ਜਿਨ੍ਹਾਂ ਲਈ ਕੋਈ ਇਸ ਵਾਇਰ ਮਾਡਲ ਦੀ ਇਨਫੋਰਮੇਸ਼ਨ ਨੂੰ ਤੁਰੰਤ ਸਪਲਾਈ ਕਰ ਸਕਦਾ ਹੈ। ਸੋ ਲੋੜੀਂਦੀ ਟਰਨਿੰਗ ਨਾਲ ਹੋਰ ਚੀਜ਼ਾਂ ਵੀ ਆਸਾਨੀ ਨਾਲ ਬਣਾਈਆਂ ਜਾ ਸਕਦੀਆਂ ਹਨ। ਇੱਥੇ ਕੋਈ ਵੀ ਮਾਡਲ ਹਨ ਜੋ ਅਸੀਂ ਕੰਸਟਰਕਟ ਕਰਨਾ ਚਾਹੁੰਦੇ ਹਾਂ, ਇਸ ਲਈ ਵਾਇਰਫਰੇਮ ਇੱਕ ਬੇਸਿਕ ਸਟੈਪ ਹੈ। ਉਹਨਾਂ ਦੇ ਕੁਝ ਨੁਕਸਾਨ ਵੀ ਹਨ। ਜੇਕਰ ਅਸੀਂ ਇਸ ਲਿਸਟ ਨਾਲ ਸਾਵਧਾਨ ਨਹੀਂ ਹਾਂ ਕਿ ਕਿਹੜੇ ਐਜ ਇੱਕ ਦੂਜੇ ਨਾਲ ਜੁੜੇ ਹੋਏ ਹਨ, ਇਹ ਪਛਾਣਨਾ ਇੰਨਾ ਆਸਾਨ ਨਹੀਂ ਹੈ ਕਿ ਅਸੀਂ ਕਿਸ ਕਾਇੰਡ ਦੇ 3D ਓਬਜੈਕਟ ਨੂੰ ਦੇਖ ਰਹੇ ਹਾਂ। ਉਦਾਹਰਨ ਲਈ, ਆਓ ਇਸ ਨੂੰ ਵੇਖੀਏ। ਸਾਡੇ ਕੋਲ ਇਹ ਵਰਟੇਸਿਸ ਹਨ। ਜੇਕਰ ਸਿਰਫ ਇਹ ਡਾਟਾ ਪੁਆਇੰਟ ਦੇ ਵਰਟੇਸਿਸ ਉਪਲਬਧ ਹਨ ਅਤੇ ਵਰਟੇਸਿਸ ਦੇ ਰੂਪ ਵਿੱਚ ਇੱਕ ਬੇਮੇਲ ਹੈ ਜੋ ਐਜ ਵਾਂਗ ਇੱਕ ਦੂਜੇ ਨਾਲ ਜੁੜੇ ਹੋਏ ਹਨ, ਫਿਰ ਓਬਜੈਕਟ ਨੂੰ ਉਸ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ। ਇਸ ਨੂੰ ਉਸ ਤਰੀਕੇ ਨਾਲ ਵੀ ਦਰਸਾਇਆ ਜਾ ਸਕਦਾ ਹੈ, ਅਤੇ ਇਸ ਨੂੰ ਉਸ ਤਰੀਕੇ ਨਾਲ ਜਾਂ ਕੋਈ ਵੀ ਹੋਰ ਓਬਜੈਕਟ ਜੋ ਦੇਖੀ ਜਾ ਸਕਦੀ ਹੈ। ਇਸ ਲਈ ਕਿਸੇ ਨੂੰ ਵਾਇਰਫਰੇਮ ਮਾਡਲਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਲਈ ਸਰਫੇਸ ਕੰਸਟਰਕਸ਼ਨ ਦੇ ਸੰਦਰਭ ਵਿੱਚ ਹਮੇਸ਼ਾ ਐਂਬੀਗੁਇਟੀ ਰਹਿੰਦੀ ਹੈ ਅਤੇ ਇਹ ਓਬਜੈਕਟ ਦੇ ਵੋਲਿਊਮ ਅਤੇ ਸਰਫੇਸ ਦੇ ਬਾਰੇ ਵਿੱਚ ਕੁਝ ਵੀ ਪਰਿਭਾਸ਼ਿਤ ਨਹੀਂ ਕਰਦਾ ਹੈ। ਆਮ ਤੌਰ ਤੇ ਐਂਬੀਗੁਇਟੀ ਜਾਂ ਅੰਦਾਜ਼ਾ ਲਗਾਉਣਾ ਮੁਸ਼ਕਲ ਜਾਂ ਇੰਟਰਪ੍ਰੇਟ ਕਰਨਾ ਮੁਸ਼ਕਲ ਹੁੰਦਾ ਹੈ। ਅਤੇ ਉਹਨਾਂ ਕੋਲ ਕੰਪਿਊਟੇਸ਼ਨਲ ਇਨਫੋਰਮੇਸ਼ਨ ਜਿਵੇਂ ਕਿ ਦੋ ਫੇਸਿਸ ਦੇ ਵਿਚਕਾਰ ਇੰਟਰਸੈਕਸ਼ਨ ਲਾਈਨ ਜਾਂ ਇੰਟਰਸੈਕਟਿੰਗ ਮਾਡਲਾਂ ਨੂੰ ਨਿਰਧਾਰਤ ਕਰਨ ਦੀ ਕੋਈ ਯੋਗਤਾ ਨਹੀਂ ਹੁੰਦੀ। ਜਦੋਂ ਤੁਹਾਡੇ ਕੋਲ 2-3 ਮਾਡਲ ਹੁੰਦੇ ਹਨ ਜੋ ਇੱਕ ਦੂਜੇ ਨਾਲ ਇੰਟਰਸੈਕਟਿੰਗ ਹਨ, ਤਾਂ ਇਹ ਕਰਵ ਸੰਪਰਕਾਂ ਨੂੰ ਦਰਸਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਹੁਣ ਅਸੀਂ ਹੋਰ ਨਾਂ ਦੀ ਓਬਜੈਕਟ ਦੇ ਸਰਫੇਸ ਮਾਡਲ ਨੂੰ ਦੇਖਾਂਗੇ। ਤਾਂ ਅਸੀਂ ਸਿੱਖਿਆ ਹੈ ਕਿ ਇੱਥੇ 3 ਕਿਸਮਾਂ ਹਨ, ਇੱਕ ਵਾਇਰਫਰੇਮ ਮਾਡਲ, ਸਰਫੇਸ ਮਾਡਲ ਅਤੇ ਸੋਲਿਡ ਮਾਡਲ। ਤਾਂ ਹੁਣ ਅਸੀਂ ਇਸ ਸਰਫੇਸ ਮਾਡਲਾਂ ਲਈ ਜਾ ਰਹੇ ਹਾਂ।
ਇੱਕ ਸਰਫੇਸ ਮਾਡਲ ਇੱਕ ਆਬਜੈਕਟ ਦੀ ਸਕਿਨ ਨੂੰ ਦਰਸਾਉਂਦਾ ਹੈ। ਇਸ ਸਕਿਨ ਦੀ ਕੋਈ ਮੋਟਾਈ ਜਾਂ ਮਟੀਰੀਅਲ ਨਹੀਂ ਹੁੰਦੀ। ਅਤੇ ਆਮ ਤੌਰ ਤੇ ਇਹ ਸਰਫੇਸ ਅਸੀਂ ਇਸ ਨੂੰ ਮੈਥਮੈਟੀਕਲ ਫੰਕਸ਼ਨਾਂ ਦੁਆਰਾ ਪਰਿਭਾਸ਼ਿਤ ਕਰਦੇ ਹਾਂ। ਅਸੀਂ ਕਿਸੇ ਚੀਜ਼ ਨੂੰ ਸਰਫੇਸ ਵਜੋਂ ਪਰਿਭਾਸ਼ਿਤ ਕਰਨ ਲਈ ਪੈਰਾਮੀਟਰਿਕ ਵੇਰੀਏਸ਼ਨ ਦੀ ਵਰਤੋਂ ਕਰਦੇ ਹਾਂ। ਅਤੇ ਇਹ ਸਰਫੇਸ ਮਾਡਲ ਵਾਇਰਫਰੇਮ ਮਾਡਲਾਂ ਵਿੱਚ ਮੌਜੂਦ ਕਿਸੇ ਵੀ ਐਂਬੀਗੁਇਟੀ ਜਾਂ ਯੂਨੀਕਨੈਸ ਮੋਟਾਈ ਨੂੰ ਛੁਪਾਉਣ ਵਾਲੀਆਂ ਲਾਈਨਾਂ ਨੂੰ ਦੂਰ ਕਰਦੇ ਹਨ, ਜੋ ਦਿਖਾਈ ਨਹੀਂ ਦਿੰਦੀਆਂ। ਅਤੇ ਬਿਹਤਰ ਵਿਜ਼ੂਅਲਾਈਜ਼ੇਸ਼ਨ ਅਤੇ ਰੇਂਡਰਿੰਗ ਸਿਰਫ ਸਰਫੇਸ ਮਾਡਲਾਂ ਤੇ ਹੀ ਸੰਭਵ ਹੈ। ਅਤੇ ਉਹ ਆਬਜੈਕਟ ਇਸ ਨੈਟਵਰਕ ਵਿੱਚ ਵਧੇਰੇ ਰੀਅਲਿਸਟਿਕ ਦਿਖਾਈ ਦਿੰਦੀਆਂ ਹਨ। ਉਦਾਹਰਨ ਲਈ, ਜਿਵੇਂ ਕਿ ਮੋਲਡ ਡਿਜ਼ਾਈਨ ਡਾਈ ਡਿਜ਼ਾਈਨ, ਇਸ ਕਾਇੰਡ ਦੀ ਥਿੰਗਸ ਨੂੰ ਇਹਨਾਂ ਸਰਫੇਸ ਮਾਡਲਾਂ ਦੁਆਰਾ ਆਸਾਨੀ ਨਾਲ ਕੰਸਟਰਕਟ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਕੰਪਲੈਕਸ ਬਣੀਆਂ ਸਰਫੇਸ ਜਿਵੇਂ ਕਿ ਸ਼ਿਪ ਹਲਜ਼, ਐਰੋਪਲੇਨ ਦੇ ਫਿਊਜ਼ਲੇਜ ਅਤੇ ਕਾਰ ਬੋਡੀਜ਼, ਅਸੀਂ ਇਹਨਾਂ ਸਰਫੇਸ ਮਾਡਲਾਂ ਦੀ ਵਰਤੋਂ ਕਰ ਸਕਦੇ ਹਾਂ। ਅਤੇ ਖੁਰਦਰਾਪਨ, ਰੰਗ, ਪਰਾਵਰਤਨ ਬਾਰੇ ਕੁਝ ਵੀ ਅਸੀਂ ਇਸ ਨੂੰ ਸਰਫੇਸ ਮਾਡਲਾਂ ਤੇ ਆਸਾਨੀ ਨਾਲ ਅਸਾਈਨ ਕਰ ਸਕਦੇ ਹਾਂ। ਵਾਇਰ ਮਾਡਲਾਂ ਦਾ ਇਹ ਕਨਸੈਪਟ 1900 ਦੇ ਆਸ-ਪਾਸ ਆਇਆ, ਜਦੋਂ ਲੋਕ ਫਾਈਨਾਈਟ ਡਿਸਕ੍ਰੀਟਾਈਜ਼ੇਸ਼ਨ ਨੂੰ ਵੇਖਣ ਦੀ ਕੋਸ਼ਿਸ਼ ਕਰਨ ਲੱਗੇ ਸਨ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਸਨ ਕਿ ਸਰਫੇਸ ਕੀ ਦਰਸਾਉਂਦੇ ਹਨ। ਮੁੜ ਹਾਸਲ ਕਰਨ ਲਈ ਸਰਫੇਸ ਨੂੰ ਜੋੜਦੇ ਸਨ ਤਾਂ ਲੋਕ ਇਹਨਾਂ ਡੋਟਸ ਵਾਲੇ ਵਾਇਰਫਰੇਮ ਵਰਤਦੇ ਸਨ। ਫਿਰ 1930 ਤੇ 40 ਦੇ ਦਹਾਕੇ ਦੇ ਆਸ-ਪਾਸ, ਲੋਕਾਂ ਨੇ ਸਰਫੇਸ ਮਾਡਲ ਨਾਮਕ ਕਿਸੇ ਚੀਜ਼ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਆਬਜੈਕਟ ਤੇ ਡਰੈਗ ਲਿਫਟ ਨੂੰ ਜਾਣਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਇਹ ਸਰਫੇਸ ਕੀ ਹੋਣੀ ਚਾਹੀਦੀ ਹੈ? ਕਿਉਂਕਿ ਇੱਥੇ ਹਮੇਸ਼ਾ ਅੰਦਰੂਨੀ ਹੁੰਦੀ ਹੈ। ਪੁਰਾਣੇ ਜ਼ਮਾਨੇ ਦੇ 에ਅਰਕ੍ਰਾਫਟ ਦਾ ਅੰਦਰੂਨੀ ਸਟਰਕਚਰ ਹੁੰਦਾ ਹੈ, ਜਿਸ ਨੂੰ ਤੁਸੀਂ ਸਰਫੇਸ ਨਾਲ ਢੱਕਦੇ ਹੋਵੋਗੇ। ਹੁਣ ਉਸ ਐਰੋਪਲੇਨ ਦੀ ਉਸ ਸਰਫੇਸ ਨੂੰ ਕਿਵੇਂ ਟਰਨ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਉਸ ਆਬਜੈਕਟ ਤੇ ਘੱਟ ਡਰੈਗ ਅਤੇ ਵੱਧ ਲਿਫਟ ਹੋਵੇ। ਕਿਉਂਕਿ ਪੁਰਾਣੇ ਦਿਨਾਂ ਵਿੱਚ ਕੰਸਟਰਕਸ਼ਨ ਟਿਪੀਕਲ ਕੰਪੋਜ਼ਿਟ ਮਟੀਰੀਅਲ ਦੀ ਵਰਤੋਂ ਤੇ ਨਹੀਂ ਸੀ, ਇਸ ਲਈ ਉਹਨਾਂ ਨੂੰ ਆਬਜੈਕਟ ਨੂੰ ਵਧੀਆ ਤਰੀਕੇ ਨਾਲ ਡੀਫਾਰਮ ਕਰਨਾ ਪੈਂਦਾ ਸੀ ਅਤੇ ਇਹ ਇੰਟਰਨਲ ਸਕੈਲਟਨ ਸਟਰਕਚਰ ਦੁਆਰਾ ਸਪੋਰਟ ਹੁੰਦਾ ਸੀ। ਇਸ ਲਈ ਡੀਫਾਰਮ ਕਰਨਾ, ਰਿਵੇਟ ਕਰਨਾ, ਇਸ ਕਾਇੰਡ ਦੀ ਪ੍ਰਕਿਰਿਆ ਲਈ ਸਰਫੇਸ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ। ਅਤੇ ਸਮੁੱਚੀ ਸਰਫੇਸ ਮਾਡਲਿੰਗ ਧਾਰਨਾ ਆਮ ਤੌਰ ਤੇ 1940 ਉਹਨਾਂ ਦਿਨਾਂ ਵਿੱਚ ਆਈ ਸੀ। ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਪੈਰਾਮੀਟਰਿਕ ਵੇਰੀਏਸ਼ਨ ਦੀ ਵਰਤੋਂ ਕਰਕੇ ਵਿਸ਼ੇਸ਼ ਤੌਰ ਤੇ ਸਰਫੇਸ ਦੇ ਕੂਨਸ ਵਾਲੇ ਤਰੀਕੇ ਨਾਲ ਅੱਗੇ ਵਿਕਸਤ ਕੀਤਾ, ਜਿਸ ਬਾਰੇ ਅਸੀਂ ਬਾਅਦ ਦੀਆਂ ਕਲਾਸਾਂ ਵਿੱਚ ਸਿੱਖਾਂਗੇ। ਵੱਖ-ਵੱਖ ਕਾਇੰਡ ਦੀਆਂ ਸਰਫੇਸ ਹਨ, ਜਿਵੇਂ ਕਿ ਬੀਜ਼ੀਅਰ ਸਰਫੇਸ, ਸਪਲਾਈਨ ਸਰਫੇਸ, ਅਤੇ ਕੁਝ ਅਰਥਾਂ ਵਿੱਚ ਸਰਫੇਸ ਦੇ ਇੰਟਰਸੈਕਸ਼ਨ ਦੇ ਟਰਮ ਵਿੱਚ ਐਂਬੀਗੁਇਟੀ ਨੂੰ ਇਸ ਕੂਨ ਸਰਫੇਸ ਦੁਆਰਾ ਦੂਰ ਕੀਤਾ ਜਾਵੇਗਾ। ਤਾਂ ਜਿੱਥੇ, ਜੇਕਰ ਕਰਵ ਬਾਰੇ ਪੈਰਾਮੀਟਰਿਕ ਇਨਫੋਰਮੇਸ਼ਨ ਅਸੀਂ ਵਰਤਾਂਗੇ, ਇਸ ਦਾ ਮਤਲਬ ਹੈ ਕਿ ਇੱਕ ਕਰਵ ਹੋ ਸਕਦਾ ਹੈ, ਇੱਕ ਹੋਰ ਕਰਵ ਹੈ, ਇੱਕ ਹੋਰ ਕਰਵ ਹੈ, ਇੱਕ ਹੋਰ ਕਰਵ ਹੈ। ਕਿਸੇ ਸਰਫੇਸ ਵਰਗੀ ਚੀਜ਼ ਨੂੰ ਦਰਸਾਉਣ ਲਈ ਇਹਨਾਂ ਕਰਵਾਂ ਨੂੰ ਕਿਵੇਂ ਜੋੜਨਾ ਹੈ। ਪੈਰਾਮੀਟਰਿਕ ਵੇਰੀਏਸ਼ਨ ਵਿੱਚ ਸੰਪੂਰਨ ਸਰਫੇਸ ਮਾਡਲਿੰਗ ਦੇ ਕੰਮ ਕਰਨ ਦਾ ਇਹ ਤਰੀਕਾ ਹੈ। ਖਾਸ ਤੌਰ ਤੇ ਇਸ ਕਾਇੰਡ ਦੀ ਸਰਫੇਸ ਮਾਡਲਿੰਗ ਦੀ ਵਰਤੋਂ ਸ਼ੈਲ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਗੋਲੀਆਂ, ਜਿਵੇਂ ਕਿ ਤੁਸੀਂ ਅਸਲ ਵਿੱਚ ਇਸ ਨੂੰ ਸ਼ੈਲ, ਬਾਰੀ ਸ਼ੈਲ ਜਾਂ ਡੋਮਸ ਵਰਗੀਆਂ ਚੀਜ਼ਾਂ ਤੇ ਦੇਖਣਾ ਚਾਹੁੰਦੇ ਹੋ। ਕਾਰ ਬੋਡੀ ਪੈਨਲ, 에ਅਰਕ੍ਰਾਫਟ ਫਿਊਜ਼ਲੇਜ, ਸ਼ਾਇਦ ਪੱਖੇ ਦੇ ਬਲੇਡ, ਟਵਿਸਟਡ ਪੱਖੇ ਦੇ ਬਲੇਡ, ਅਤੇ ਸ਼ਾਇਦ ਵਿੰਡ ਟਰਬਾਈਨ ਬਲੇਡ, ਇਸ ਕਾਇੰਡ ਦੀ ਥਿੰਗਸ ਦੀਆਂ ਸਰਫੇਸ ਹੁੰਦੀਆਂ ਹਨ। ਕੰਪਲਿਕੇਟਡ ਸਰਫੇਸ, ਤਾਂ ਇਸ ਕਾਇੰਡ ਦੀ ਥਿੰਗਸ ਨੂੰ ਕਿਵੇਂ ਬਣਾਇਆ ਜਾਵੇ, ਇਸ ਲਈ ਸਰਫੇਸ ਮਾਡਲਿੰਗ ਕਨਸੈਪਟ ਦੀ ਲੋੜ ਹੁੰਦੀ ਹੈ। ਇਹ ਸਮੁੰਦਰੀ ਜਹਾਜ਼ ਸ਼ਿਪ ਬਣਾਉਣ ਦੇ ਮਾਮਲੇ ਵਿੱਚ ਵਿਆਪਕ ਹਨ, ਅਤੇ ਦੂਜਾ ਜੁੱਤੀ ਉਦਯੋਗ ਵੀ ਕਾਫੀ ਪ੍ਰਸਿੱਧ ਹੈ। ਜੇਕਰ ਤੁਸੀਂ ਮਕੈਨੀਕਲ ਉਦਯੋਗਾਂ ਨੂੰ ਦੇਖ ਰਹੇ ਹੋ ਤਾਂ ਫੋਰਜਿੰਗ ਅਤੇ ਕਾਸਟਿੰਗ ਓਪਰੇਸ਼ਨਾਂ ਵਿੱਚ ਆਮ ਤੌਰ ਤੇ ਇਹ ਸਰਫੇਸ ਮਾਡਲਿੰਗ ਪ੍ਰਿੰਸੀਪਲ ਸ਼ਾਮਲ ਹੁੰਦੇ ਹਨ। ਅਸੀਂ ਪ੍ਰਸਿੱਧ ਤੌਰ ਤੇ ਇੱਕ ਸ਼ਬਦ ਨਾਮ CAD, ਕੰਪਿਊਟਰ ਏਡਿਡ ਡਰਾਫਟਿੰਗ ਅਤੇ ਕੰਪਿਊਟਰ ਏਡਿਡ ਡਿਜ਼ਾਈਨਿੰਗ ਦੀ ਵਰਤੋਂ ਕਰਦੇ ਹਾਂ। ਇਸ ਕਾਇੰਡ ਦੇ ਕਨਸੈਪਟ ਲਈ
ਸਰਫੇਸ ਕੰਸਟਰਕਸ਼ਨ ਦੀ ਲੋੜ ਹੁੰਦੀ ਹੈ। ਅਜਿਹੇ ਕੰਪਿਊਟਰ ਪੈਕੇਜ ਹਨ ਜੋ ਇਹ ਕੰਸਟਰਕਟ ਕਰਨ ਲਈ ਉਪਲਬਧ ਹਨ। ਅਸੀਂ ਸਿੱਖਾਂਗੇ ਕਿ ਇਹ ਸੌਫਟਵੇਅਰ ਉਹਨਾਂ ਸੌਫਟਵੇਅਰਜ਼ ਦੀ ਬੈਕਗ੍ਰਾਉਂਡ ਵਿੱਚ ਕਿਵੇਂ ਕੰਮ ਕਰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਕਰਵ ਕੰਸਟਰਕਟ ਕਰਨ ਦੇ ਨਾਲ ਸ਼ੁਰੂ ਹੁੰਦਾ ਹੈ, ਜਿਸ ਨੂੰ ਅਸੀਂ ਸਪਲਾਈਨ ਕਹਿੰਦੇ ਹਾਂ, ਜਿਸ ਤੋਂ 3D ਸਰਫੇਸ ਫਿਰ ਸਵੀਪ ਜਾਂ ਮੈਸ਼ ਹੁੰਦੀਆਂ ਹਨ। ਕੁਝ ਅਜਿਹਾ ਜਿਵੇਂ ਕਿ ਜੇਕਰ ਮੈਂ ਇੱਕ ਪੌਟ ਬਣਾਉਣਾ ਚਾਹੁੰਦਾ ਹਾਂ, ਤਾਂ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਦੀ ਮੈਨੂੰ ਲੋੜ ਹੈ ਉਹ ਇੱਕ ਕਰਵ ਵਰਗੀ ਚੀਜ਼ ਹੈ, ਅਤੇ ਮੈਨੂੰ ਇੱਕ ਐਕਸਿਸ ਵਰਗੀ ਚੀਜ਼ ਦੀ ਲੋੜ ਹੋ ਸਕਦੀ ਹੈ। ਜੇ ਮੈਂ ਇਸ ਪੂਰੀ ਸਪਲਾਈਨ ਨੂੰ ਇਸ ਦੇ ਦੁਆਲੇ ਘੁਮਾਉਂਦਾ ਹਾਂ, ਤਾਂ ਮੈਂ ਇੱਕ ਕੱਪ ਬਣਾ ਸਕਾਂਗਾ। ਇਹ ਇੱਕ ਸਰਫੇਸ ਹੈ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ, 0 ਮੋਟਾਈ। ਤਾਂ ਇਸ ਕਾਇੰਡ ਦੇ ਸਪਲਾਈਨਾਂ ਦੀ ਵਰਤੋਂ ਕਰਕੇ ਇਸ ਨੂੰ ਕੰਸਟਰਕਟ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਕੰਪਿਊਟਰ ਪ੍ਰੋਗਰਾਮ ਹੋਵੇਗਾ ਜਿੱਥੇ ਅਸੀਂ ਪੁਆਇੰਟਾਂ ਦੇ ਬੇਸ ਤੇ ਪਰਿਭਾਸ਼ਿਤ ਕਰਾਂਗੇ। ਇਸ ਲਈ ਅਸੀਂ ਜੋ ਸੌਫਟਵੇਅਰ ਸਿੱਖਾਂਗੇ ਉਹ ਇਹ ਹੈ, ਜਦੋਂ ਤੁਸੀਂ ਸਕਰੀਨ ਨੂੰ ਛੂਹੰਦੇ ਜਾਂ ਸ਼ਾਇਦ ਪੁਆਇੰਟ ਤੇ ਕਲਿੱਕ ਕਰਦੇ ਹੋ, ਤਾਂ ਤੁਹਾਡਾ ਫਰੰਟ ਐਂਡ ਉਸ ਇਨਫੋਰਮੇਸ਼ਨ ਨੂੰ ਲੈਂਦਾ ਹੈ ਅਤੇ ਇਸ ਨੂੰ ਪ੍ਰੋਗਰਾਮਿੰਗ ਦੇ ਬੈਕਐਂਡ ਨੂੰ ਭੇਜਦਾ ਹੈ। ਉਹਨਾਂ ਐਜ ਨੂੰ ਲੈਂਦਾ ਹੈ, ਵਰਟੇਸਿਸ ਇਸ ਨਾਲ ਜੋੜਦਾ ਹੈ, ਇੱਕ ਸਪਲਾਈਨ ਵਾਂਗ ਕੁਝ ਫਿੱਟ ਕਰਦਾ ਹੈ, ਫਿਰ ਇਹ ਤੁਹਾਨੂੰ ਇਨਫੋਰਮੇਸ਼ਨ ਪੁੱਛਦਾ ਹੈ ਕਿ ਤੁਸੀਂ ਕਿਸ ਐਕਸਿਸ ਦੁਆਲੇ ਘੁਮਾਉਣਾ ਚਾਹੁੰਦੇ ਹੋ। ਤੁਹਾਨੂੰ ਉਹਨਾਂ ਪੁਆਇੰਟਾਂ ਬਾਰੇ ਪੁੱਛਦਾ ਹੈ ਜੋ ਤੁਸੀਂ ਚੁਣਦੇ ਹੋ, ਫਿਰ ਇਹਨਾਂ ਨੂੰ ਘੁਮਾਉਂਦਾ ਹੈ ਅਤੇ ਇਹਨਾਂ ਆਬਜੈਕਟ ਨੂੰ ਕੰਸਟਰਕਟ ਕਰਦਾ ਹੈ। ਇਸ ਲਈ ਬੈਕਗ੍ਰਾਉਂਡ ਅਤੇ ਫਰੰਟ ਐਂਡ ਤੇ ਬਹੁਤ ਸਾਰੀ ਇਨਫੋਰਮੇਸ਼ਨ ਭੇਜਣੀ ਹੋਵੇਗੀ, ਜੋ ਅਸੀਂ ਅਗਲੀਆਂ ਕਲਾਸਾਂ ਵਿੱਚ ਸਿੱਖਾਂਗੇ। ਦੂਜਾ ਤਰੀਕਾ ਇਹਨਾਂ ਸਰਫੇਸ ਪੋਲਜ਼ ਅਤੇ ਕੰਟਰੋਲ ਪੁਆਇੰਟਾਂ ਦੇ ਹੇਰਫੇਰ ਦੁਆਰਾ ਸਰਫੇਸ ਦੀ ਸਿੱਧੀ ਕੰਸਟਰਕਸ਼ਨ ਹੈ। ਖਾਸ ਤੌਰ ਤੇ ਸਰਫੇਸ ਨੂੰ ਇਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ: ਪਲੈਨਰ ਸਰਫੇਸ, ਦੂਜੀ ਸਿਲੈਂਡਰੀਕਲ ਜਾਂ ਕੋਨਿਕਲ ਸਰਫੇਸ ਹੈ, ਅਤੇ ਤੀਜੀ ਸਕਲਪਚਰਡ ਸਰਫੇਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ। ਜੇਕਰ ਇਹ ਪਲੇਨਰ ਸਰਫੇਸ ਹੈ, ਤਾਂ ਬੈਕਐਂਡ ਕਿਵੇਂ ਕੰਮ ਕਰਦਾ ਹੈ? ਇੱਕ ਪਲੇਨ ਸਰਫੇਸ ਜੋ 3 ਪੁਆਇੰਟਾਂ ਵਿੱਚੋਂ ਲੰਘਦੀ ਹੈ, P0, P1, P2 ਦੁਆਰਾ ਦਿੱਤੀ ਜਾਂਦੀ ਹੈ। ਜਦੋਂ ਤੁਸੀਂ ਸਰਫੇਸ ਅਤੇ ਕੰਪਿਊਟਰ ਕੰਸਟਰਕਟ ਕਰ ਰਹੇ ਹੋ ਤਾਂ ਸ਼ਾਇਦ ਸਾਨੂੰ ਪੁਆਇੰਟ P1, P2, P3 XYZ ਕੋਆਰਡੀਨੇਟ ਦੇਣੇ ਪੈ ਸਕਦੇ ਹਨ, ਜਾਂ ਤਾਂ ਅਸੀਂ ਇਸ ਨੂੰ ਸਕਰੀਨ ਤੇ ਛੂਹਣ ਵਾਲੀ ਸਟਾਈਲਸ ਦੀ ਵਰਤੋਂ ਕਰਕੇ ਟਾਈਪ ਕਰਦੇ ਹਾਂ, ਜਾਂ ਉਸ ਸਰਫੇਸ ਉੱਤੇ ਮਾਊਸ ਦੇ ਕਲਿੱਕ ਨਾਲ, ਜਿੱਥੇ ਅਸੀਂ XYZ ਇਨਫੋਰਮੇਸ਼ਨ ਦੇਵਾਂਗੇ। ਇੱਕ ਵਾਰ ਜਦੋਂ ਸਾਡੇ ਕੋਲ ਉਹ XYZ ਇਨਫੋਰਮੇਸ਼ਨ ਹੁੰਦੀ ਹੈ, ਤਾਂ ਇਹ ਬੈਕਗ੍ਰਾਉਂਡ ਨੂੰ ਕਿਸੇ ਵੀ ਪੁਆਇੰਟ UV ਦੀ ਇੱਕ ਪੈਰਾਮੀਟ੍ਰਿਕ ਵੇਰੀਏਸ਼ਨ P ਕੰਸਟਰਕਟ ਹੋਵੇਗੀ। ਉਸ ਸਰਫੇਸ ਤੇ ਪਹਿਲੇ ਪੁਆਇੰਟ P0, ਦੂਜੇ ਪੁਆਇੰਟ P1 ਅਤੇ ਤੀਜੇ ਪੁਆਇੰਟ P2 ਦੀ ਇਨਫੋਰਮੇਸ਼ਨ ਦੀ ਵਰਤੋਂ ਕਰਕੇ ਇੰਟਰਪੋਲੇਟ ਕੀਤਾ ਜਾ ਸਕਦਾ ਹੈ। ਕਿਉਂਕਿ ਅਸੀਂ ਇਹਨਾਂ ਵਰਟੇਸਿਸ ਤੋਂ ਸਰਫੇਸ ਕੰਸਟਰਕਟ ਕਰਨਾ ਚਾਹੁੰਦੇ ਹਾਂ, ਇਸ ਲਈ ਇੱਕ ਵਾਰ ਵਰਟੇਸਿਸ ਨਾ ਹੋਣ ਤੇ ਇੱਕ ਸਰਫੇਸ ਜੋ ਇਹਨਾਂ 3 ਪੁਆਇੰਟਾਂ ਵਿੱਚੋਂ ਲੰਘਦੀ ਹੈ, ਨੂੰ ਇਸ ਕਿਸਮ ਦੇ ਪੈਰਾਮੀਟ੍ਰਿਕ ਵੇਰੀਏਸ਼ਨ ਦੀ ਵਰਤੋਂ ਕਰਕੇ ਕੰਸਟਰਕਟ ਕੀਤਾ ਜਾ ਸਕਦਾ ਹੈ। ਅਤੇ ਕਿਉਂਕਿ ਇੱਕ ਸਰਫੇਸ ਹੈ, ਇਸ ਦਾ ਇੱਕ ਕਰਵ ਸ਼ੇਪ ਹੋ ਸਕਦਾ ਹੈ, ਇਸ ਲਈ ਨੋਰਮਲ ਵੈਕਟਰ ਵੀ ਮਹੱਤਵਪੂਰਨ ਹਨ। ਇਹ ਇੱਕ ਪਲੈਨਰ ਕਾਇੰਡ ਦੀ ਸਰਫੇਸ ਹੋ ਸਕਦੀ ਹੈ, ਇਹ ਥੋੜੀ ਜਿਹੀ ਕਰਵ ਕਾਇੰਡ ਦੀ ਸਰਫੇਸ ਹੋ ਸਕਦੀ ਹੈ, ਜਾਂ ਸ਼ਾਇਦ ਉਸ ਸਰਫੇਸ ਦੀ ਓਰੀਐਂਟੇਸ਼ਨ ਦੀ ਵੀ ਸਾਨੂੰ ਲੋੜ ਹੋ ਸਕਦੀ ਹੈ। ਇਸ ਲਈ ਸਰਫੇਸ ਦੇ ਨੋਰਮਲ ਦੀ ਵੀ ਸਾਨੂੰ ਲੋੜ ਹੈ, ਪਰ ਸਾਡੇ ਕੋਲ ਸਿਰਫ 3 ਪੁਆਇੰਟਾਂ ਬਾਰੇ ਇਨਫੋਰਮੇਸ਼ਨ ਹੈ। ਸਾਨੂੰ ਉਸ ਸਰਫੇਸ ਬਾਰੇ ਪੂਰੀ ਇਨਫੋਰਮੇਸ਼ਨ ਨਹੀਂ ਹੈ, ਜਿਸ ਨੂੰ ਅਸੀਂ ਕੰਸਟਰਕਟ ਕਰਨ ਜਾਂ ਦਿਲਚਸਪੀ ਰੱਖਦੇ ਹਾਂ। ਇਸ ਲਈ ਉਸ ਕੇਸ ਵਿੱਚ ਅਸੀਂ P2, P0 ਪੁਆਇੰਟਾਂ ਦੇ ਨਾਲ ਇੱਕ ਕਰੋਸ ਪ੍ਰੋਡਕਟ ਲੈਂਦੇ ਹੋਏ ਦੁਬਾਰਾ P1, P0 ਦੇ ਟਰਮਜ਼ ਵਿੱਚ ਨੋਰਮਲ ਵੈਕਟਰ ਦੀ ਵਰਤੋਂ ਕਰਦੇ ਹਾਂ। ਸਿਮਿਲਰਲੀ P1, P0, P2, P0 ਕਰੋਸ ਪ੍ਰੋਡਕਟ ਅਸੀਂ ਇਸ ਦੀ ਵਰਤੋਂ ਕਰਕੇ ਕੰਸਟਰਕਟ ਕਰਦੇ ਹਾਂ। ਅਸੀਂ ਉਸ ਕਲਰ ਮੈਪਿੰਗ ਦੇ ਬੇਸ ਤੇ ਜੋ ਸਰਫੇਸ ਦੇ ਨੋਰਮਲ ਹੋ ਸਕਦੀ ਹੈ, ਉਸ ਨੂੰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ, ਅਤੇ ਅਗਲੀਆਂ ਕਲਾਸਾਂ ਵਿੱਚ ਅਸੀਂ ਸਰਫੇਸ ਮੋਡਲਾਂ ਅਤੇ ਵੱਖ-ਵੱਖ ਕਾਇੰਡ ਦੀਆਂ ਸਪਲਾਈਨ ਸਰਫੇਸ ਬਾਰੇ ਹੋਰ ਜਾਣਾਂਗੇ। ਧੰਨਵਾਦ।